ਹਾਂਜੀ, ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਬੱਚਿਓ। +1 'ਚ ਹੋ ਗਏ ਹੋ ਤੁਸੀਂ। ਅਤੇ ਮੈਂ ਉਸ ਦਿਨ ਆਪ ਨੂੰ ਸਿਲੇਬਸ ਦੱਸਿਆ ਸੀ ਪੰਜਾਬੀ ਦਾ। ਅਤੇ ਕਾਵਿ ਕਮਾਈ, ਕਥਾ ਕਹਾਣੀ 2 ਕਿਤਾਬਾਂ ਨੇ, ਤੀਜੀ ਹੈ ਗ੍ਰਾਮਰ ਦੀ ਕਿਤਾਬ। ਅੱਜ ਆਪਾਂ ਪਹਿਲੀ ਕਹਾਣੀ, ਕਥਾ ਕਹਾਣੀ ਦੀ ਪਹਿਲੀ ਕਹਾਣੀ ਹੈ ਬਾਗਾਂ ਦਾ ਰਾਖਾ, ਸੁਜਾਨ ਸਿੰਘ ਦੀ ਲਿਖੀ ਹੋਈ ਹੈ। ਇਸ ਕਹਾਣੀ ਨੂੰ ਪੜ੍ਹਾਂਗੇ। ਤੁਸੀਂ ਧਿਆਨ ਨਾਲ ਇਸ ਕਹਾਣੀ ਨੂੰ ਸੁਣੋਗੇ। ਮੈਂ ਵੀਡੀਓ ਰਾਹੀਂ ਤੁਹਾਨੂੰ ਇਹ ਕਹਾਣੀ ਦਿਖਾ ਰਹੀ ਹਾਂ ਅਤੇ ਤੁਸੀਂ ਇਸ ਨੂੰ ਧਿਆਨ ਨਾਲ ਸੁਣੋਗੇ। उसकी जो पहली कहानी है उसका नाम है बागा दा राखा। बागा दा राखा जो कहानी है सुजान सिंह की लिखी कहानी है। एक हरिजन परिवार के मुंडे बारू नाल जुड़ी हुई ये कहानी है। इसका जो मुख्य करैक्टर है बारू, वो पाकिस्तान तो उजड़ के उसका परिवार हिंदुस्तान विच आया सी ते लालू शाह दे बाग विच रखवाले का काम करता है और 16-17 साल का मुंडा है। बाग की राखी करन दे बदले उसनू जिहड़ा है 17 रुपए महीने की तनख्वाह मिलती है। उसके परिवार विच उसका एक वड्डा भरा है, उसकी एक मां है, भरजाई दे 2 बच्चे हैं। बारू जो है एक बड़े गरीब परिवार नाल संबंधित है। उसका जिहड़ा भरा है, उसके पिता जदों पाकिस्तान दे विच ही उसके पिता की डेथ हो गई सी और उसका भरा जिहड़ा है शहर विच पांडी का काम करता है और वो काम कदी उसनू मिलता है ते कदी नहीं मिलता। एक दिन उसनू बुखार हो जाता है ते वो बुखार की वजह नाल जिहड़ा है मंजी ते लम्मा पै जाता है ते इन्हें नू जिहड़ा है लालू शाह बाग विच आ जाता है और उसनू देख के उसनू राखी करदे ना देख, मंजी ते पए देख उसनू गालां कढनियां शुरू हो जाता है। बारू जो है एक जवान मुंडा है, वो गालां बर्दाश्त नहीं कर पाता और उसनू जिहड़ा है गुस्सा आ जाता है। उस वेले उत्थों शहरी क्लर्कां दा एक टोला निकल ਰਿਹਾ ਹੁੰਦਾ है और बारू जो है गुस्से दे विच अपना बिस्तरा चुक के उत्थों टुर पैंदा है। फिर रस्ते विच जदों जा रहा हुंदा है तां रस्ते दे विच एक शहरी क्लर्कां विचों एक अदखड़ जो उम्र दा क्लर्क है उसनू कहता है कि की गल ए गालां तेनू क्यों पै रहीआं सी। तो दसदा है कि उसनू बुखार होया सी और बुखार होण करके वो मंजे ते लम्मा पै गया सी, जिस दी वजह नाल जिहड़ा है लालू शाह उसनू गालां कढ रहा सी और वो नौकरी छड्ड के आ गया है। तां जो अदखड़ उम्र दा क्लर्क है उसनू कहता है कि जरूर उसनू बुखार जिहड़ा ज्यादा लुकाठा खान की वजह नाल चढ़िया होना है। घर आके बारू जिहड़ा है मंजे ते लम्मा पै जाता है। उसकी मां और भरजाई जिहड़ी है लोकां दे घर गोहा कूड़ा चक्कन का काम करदियां ने। जदों दोपहर नू मुड़दियां ने तां आके बारू नू जदों मंजी ते लम्मा पिया देखदियां ने तां उसनू पुछदियां ने कि वो इस वेले घर की कर रहा है। ਤਾਂ ਬਾਰੂ ਉਹਨਾਂ ਨੂੰ ਦੱਸਦਾ ਹੈ ਕਿ ਲਾਲੂ ਸ਼ਾਹ ਜਿਹੜਾ ਹੈ ਉਸਨੂੰ ਬਹੁਤ ਗੰਦੀਆਂ ਗਾਲਾਂ ਕੱਢ ਰਿਹਾ ਸੀ ਤੇ ਉਹ ਨੌਕਰੀ ਛੱਡ ਕੇ ਆ ਗਿਆ ਹੈ। ਤਾਂ ਉਸਦੀ ਮਾਂ ਕਹਿੰਦੀ ਹੈ ਕਿ ਗਾਲਾਂ ਨਾਲ ਕਿਹੜਾ ਕਿਸੇ ਦੀ ਲੱਤ ਟੁੱਟ ਜਾਂਦੀ ਹੈ। ਤਾਂ ਉਸਨੂੰ ਕਹਿੰਦਾ ਹੈ ਕਿ ਮਾਂ ਉਹ ਤੈਨੂੰ ਗਾਲਾਂ ਕੱਢ ਰਿਹਾ ਸੀ। ਭਰਜਾਈ ਜਿਹੜੀ ਹੈ ਦੇਖ ਕੇ ਪਰੇਸ਼ਾਨ ਹੋ ਜਾਂਦੀ ਹੈ ਕਿਉਂਕਿ ਉਸਦੇ ਜੋ ਬੱਚਿਆਂ ਦਾ ਸਾਰਾ ਖਰਚਾ ਹੈ ਉਹ ਬਾਰੂ ਦੀ ਤਨਖਾਹ ਦੇ ਨਾਲ ਜਿਹੜਾ ਹੈ ਪੂਰਾ ਹੁੰਦਾ ਹੈ। ਤਾਂ ਇਹਨੇ ਨੂੰ ਉਸਦੀ ਮਾਂ ਉਸਨੂੰ ਕਹਿੰਦੀ ਹੈ ਕਿ ਜਾ ਕਿਸੇ ਦੇ ਘਰੋਂ ਥੋੜਾ ਜਿਹਾ ਦੁੱਧ ਲੈ ਆ, ਮੁੰਡੇ ਨੂੰ ਬੁਖਾਰ ਬਹੁਤ ਹੈ, ਇਸਨੂੰ ਦਵਾਈ ਦੇਈਏ। ਤਾਂ ਉਹ ਕਹਿੰਦੀ ਹੈ ਬਿਨਾਂ ਪੈਸੇ ਤੋਂ ਦੁੱਧ ਕੌਣ ਦੇਗਾ। ਤਾਂ ਇਹਨੇ ਨੂੰ ਉਸਦਾ ਭਰਾ ਆ ਜਾਂਦਾ ਹੈ ਔਰ ਉਹ ਆਪਣੀ ਜੇਬ ਵਿੱਚੋਂ ਪੈਸੇ ਕੱਢ ਕੇ ਦਿੰਦਾ ਹੈ। ਉਹ ਦੁੱਧ ਲਿਆਂਦੀ ਹੈ, ਉਸਨੂੰ ਦਵਾਈ ਦੇ ਦਿੰਦੇ ਨੇ। ਉਧਰੋਂ ਜਦੋਂ ਉਹ ਨੌਕਰੀ ਛੱਡ ਕੇ ਆਉਂਦਾ ਹੈ ਤਾਂ ਲਾਲੂ ਸ਼ਾਹ ਨੂੰ ਫਿਕਰ ਹੋ ਜਾਂਦੀ ਹੈ ਕਿ ਹੁਣ ਬਾਗ ਦੀ ਰਾਖੀ ਕੌਣ ਕਰੇਗਾ। ਉਹ ਉਸਨੂੰ ਪਤਾ ਹੈ ਕਿ ਜੋ ਬਾਗ ਵਿੱਚ ਰਖਵਾਲੇ ਹੁੰਦੇ ਨੇ ਔਰ ਉਹਨਾਂ ਕੋਲ ਮੱਛਰਦਾਨੀ ਹੁੰਦੀ ਨਹੀਂ ਔਰ ਬਾਗ ਵਿੱਚ ਬਹੁਤ ਮੱਛਰ ਹੈ। ਮੱਛਰਾਂ ਦੇ ਵੱਢਣ ਨਾਲ ਉਸਨੂੰ ਜਿਹੜਾ ਹੈ ਬੁਖਾਰ ਹੋਇਆ ਹੈ। ਪਹਿਲੇ ਉਹ ਸੋਚਦਾ ਹੈ ਕਿ ਅਗਰ ਉਹ ਇੱਥੇ ਰੁਕਿਆ ਪਰ ਉਸਨੂੰ ਜੰਗਲੀ ਜਾਨਵਰਾਂ ਦੀਆਂ ਆਵਾਜ਼ਾਂ ਉੱਥੇ ਸੁਣਾਈ ਦੇਣ ਲੱਗ ਜਾਂਦੀਆਂ ਨੇ ਤੇ ਉਸਨੂੰ ਚੋਰ ਡਾਕੂਆਂ ਦਾ ਡਰ ਵੀ ਲੱਗਦਾ ਹੈ ਤੇ ਉਹ ਸੋਚਦਾ ਹੈ ਕਿ ਇੱਥੇ ਰੁਕਣ ਵਿੱਚ ਜਿਹੜਾ ਹੈ ਉਸਨੂੰ ਬਹੁਤ ਡਰ ਲੱਗਦਾ ਹੈ ਕਿ ਉਹ ਕਿਵੇਂ ਉੱਥੇ ਰੁਕੇਗਾ ਤੇ ਉਹ ਉੱਥੋਂ ਚਲਾ ਜਾਂਦਾ ਹੈ। ਰਾਤ ਨੂੰ ਬਾਰੂ ਦਾ ਭਰਾ ਜਿਹੜਾ ਹੈ ਉੱਥੇ ਰਖਵਾਲੀ ਕਰਨ ਆ ਜਾਂਦਾ ਹੈ। ਰਾਤ ਨੂੰ ਜਦੋਂ ਬਾਰੂ ਮੰਜੇ ਤੇ ਲੰਮਾ ਪਿਆ ਹੁੰਦਾ ਹੈ ਤਾਂ ਉਸਦੇ ਦਿਮਾਗ ਵਿੱਚ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ। ਉਹ ਸੋਚਦਾ ਹੈ ਕਿ ਕਿਵੇਂ ਜਿਹੜਾ ਹੈ ਆਰਿਆ ਸਭਿਅਤਾ ਦੇ ਵਿੱਚ ਮਿਹਨਤ ਦੇ ਆਧਾਰ ਤੇ ਜਾਤ ਵੰਡ ਕੀਤੀ ਗਈ। ਇਸ ਦੀ ਸਭ ਤੋਂ ਦੁੱਖ ਭਰੀ ਸਥਿਤੀ ਜਿਹੜੀ ਸੀ ਸ਼ੂਦਰਾਂ ਦੀ ਰਹੀ। ਉਹਨਾਂ ਨੂੰ ਸਭ ਤੋਂ ਨੀਵਾਂ ਦਰਜਾ ਦਿੱਤਾ ਗਿਆ। ਦੇਵ ਬਾਣੀ ਸੁਣਨ ਦੇ ਦੋਸ਼ ਵਿੱਚ ਉਹਨਾਂ ਦੇ ਕੰਨਾਂ ਵਿੱਚ ਸਿੱਕੇ ਢਾਲ ਕੇ ਪਾਏ ਗਏ। ਬੇਸ਼ੱਕ ਧਰਮ ਆਗੂਆਂ ਨੇ ਜਿਹੜਾ ਸੀ ਉਹਨਾਂ ਨੂੰ ਬਰਾਬਰ ਦੱਸਿਆ
ਪਰ ਉਹਨਾਂ ਦੇ ਪਰੋਕਾਰਾਂ ਨੇ ਜਿਹੜਾ ਸੀ ਉਹਨਾਂ ਨਾਲ ਵਿਤਕਰਾ ਜਾਰੀ ਰੱਖਿਆ। ਮਹਾਤਮਾ ਬੁੱਧ ਨੇ ਅਛੂਤਾਂ ਨੂੰ ਉੱਪਰ ਚੁੱਕਣ ਦੀ ਆਵਾਜ਼ ਉਠਾਈ। ਗੁਰੂ ਰਵਿਦਾਸ ਨੇ ਰਾਮ ਨਾਮ ਜਪ ਕੇ ਜਾਤ ਪਾਤ ਦਾ ਖੰਡਨ ਕੀਤਾ। ਕਬੀਰ ਜੀ ਨੇ ਬ੍ਰਾਹਮਣ ਅਤੇ ਸ਼ੂਦਰ ਦੇ ਵਿਤਕਰੇ ਦਾ ਦਲੀਲਾਂ ਨਾਲ ਵਿਰੋਧ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸਭ ਨੂੰ ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਜਾਤ ਪਾਤ ਦਾ ਵਿਤਕਰਾ ਮੁਕਾ ਦੇਣ ਦਾ ਉਦਮ ਕੀਤਾ। ਗਾਂਧੀ ਜੀ ਨੇ ਅਛੂਤ ਹਿੰਦੂ ਹੈ ਕਹਿ ਕੇ ਹਰੀਜਨ ਬਣਾ ਦਿੱਤਾ ਤੇ ਮੰਦਰਾਂ ਦੇ ਬੂਹੇ ਉਹਨਾਂ ਵਾਸਤੇ ਖੋਲ ਦਿੱਤੇ। ਪਰ ਉਹ ਆਪਣੇ ਬਾਰੇ ਸੋਚਦਾ ਹੋਇਆ ਕਹਿੰਦਾ ਹੈ ਕਿ ਉਹਨਾਂ ਦੀ ਸਥਿਤੀ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਆਇਆ। ਤੜਕੇ ਜੀ ਜਿਹੜਾ ਹੈ ਉਹ ਬਾਗ ਦੀ ਰਾਖੀ ਕਰਨ ਚਲਾ ਜਾਂਦਾ ਹੈ। ਲਾਲੂ ਸ਼ਾਹ ਜਦੋਂ ਅਗਲੇ ਦਿਨ ਬਾਗ ਵਿੱਚ ਆਉਂਦਾ ਹੈ ਤਾਂ ਉਸਨੂੰ ਰਾਖੀ ਕਰਦੇ ਦੇਖ ਖੁਸ਼ ਹੋ ਜਾਂਦਾ ਹੈ, ਪਰ ਉਸਨੂੰ ਫਿਰ ਵੀ ਉਹ ਗਾਲਾਂ ਕੱਢ ਕੇ ਕਹਿੰਦਾ ਹੈ ਕਿ ਹੁਣ ਤੇਰੀ ਅਕਲ ਟਿਕਾਣੇ ਆ ਗਈ ਹੈ। ਬਾਰੂ ਨੂੰ ਜਿਹੜਾ ਹੈ ਉਸ ਦਿਨ ਵੀ ਰੋਟੀ ਨਹੀਂ ਪਹੁੰਚਦੀ। ਦੁਪਹਿਰੇ ਲੋਕ ਆਟਾ ਖਾਣ ਕਰਕੇ ਔਰ ਸ਼ਾਮੀ ਫਿਰ ਉਸਨੂੰ ਬੁਖਾਰ ਹੋ ਜਾਂਦਾ ਹੈ। ਰਾਤ ਨੂੰ ਵੀ ਉਸਨੂੰ ਰੋਟੀ ਨਹੀਂ ਪਹੁੰਚਦੀ ਕਿਉਂਕਿ ਬਾਰੂ ਦੇ ਭਰਾ ਦੀ ਅੱਜ ਕੋਈ ਕਮਾਈ ਨਹੀਂ ਹੋਈ ਸੀ। ਬਾਰੂ ਬੁਖਾਰ ਤੋਂ ਦੁਖੀ ਹੋ ਕੇ ਲੇਟ ਗਿਆ ਤੇ ਬੇਸੁਰਤ ਜਿਹਾ ਹੋ ਕੇ ਅੱਬੜ-ਵਾਹੇ ਬੋਲਣ ਲੱਗ ਪਿਆ। ਸਵੇਰ ਤੱਕ ਜਿਹੜਾ ਹੈ ਬਾਰੂ ਮਰ ਚੁੱਕਾ ਹੁੰਦਾ ਹੈ। ਲੋਕ ਉਸਦੇ ਦੁਆਲੇ ਇਕੱਠੇ ਹੋ ਚੁੱਕੇ ਹੁੰਦੇ ਨੇ। ਉਹ ਸਮਝਦੇ ਹਨ ਕਿ ਕਿਸੇ ਨੇ ਡਾਕੂ ਨੇ ਇਸਨੂੰ ਮਾਰਿਆ ਹੈ। ਇੰਨੇ ਨੂੰ ਜਿਹੜਾ ਹੈ ਉਹ ਕਲਰਕਾਂ ਦਾ ਟੋਲਾ ਫਿਰ ਉੱਥੋਂ ਲੰਘਦਾ ਹੈ ਤੇ ਉਹਨਾਂ ਵਿੱਚੋਂ ਜਿਹੜਾ ਅਧੱਕੜ ਕਲਰਕ ਹੈ ਉਹ ਕਹਿੰਦਾ ਹੈ, ਮੂਰਖ ਜਾਂ ਖਾ ਮੋਏ ਜਾਂ ਰੱਜ ਮੋਏ। ਬਾਰੂ ਦੀ ਭਰਜਾਈ ਜਿਹੜੀ ਸੀ ਚਾਹ ਲੈ ਕੇ ਆ ਰਹੀ ਸੀ। ਸਾਰਾ ਬਾਗ ਉੱਜੜ ਚੁੱਕਾ ਸੀ ਔਰ ਅਸਲ ਡਾਕੂ ਦਾ ਕਿਸੇ ਨੂੰ ਪਤਾ ਨਹੀਂ ਸੀ ਜੋ ਘਰ ਸੁੱਤਾ ਪਿਆ ਸੀ। ਤਾਂ ਇਹਦੇ ਵਿੱਚ ਜਿਹੜਾ ਹੈ ਛੋਟੀ ਕਹਾਣੀ ਹੁੰਦੀ ਹੀ ਐਸੀ ਹੈ ਕਿ 15 ਤੋਂ ਲੈ ਕੇ 20 ਪੇਜ ਦੀ ਜਾਂ ਕੁਝ ਇੱਕ ਸ਼ਬਦਾਂ ਦੇ ਵਿੱਚ ਲਿਖੀ ਗਈ ਕਹਾਣੀ ਜਿਹੜੀ ਕਿ ਇਨਸਾਨ ਨੂੰ ਕੁਝ ਸੋਚਣ ਲਈ ਮਜਬੂਰ ਕਰ ਦੇਵੇ। ਨੇ ਮਾਰਿਆ ਹੈ ਉਸਦਾ ਅਸਲੀ ਜੋ ਡਾਕੂ ਹੈ ਉਹ ਘਰ ਪਿਆ ਹੈ। ਤਾਂ ਡਾਕੂ ਜੋ ਹੈ ਇੱਥੇ ਲਾਲੂ ਸ਼ਾਹ ਦੀ ਤਰਫ ਇਸ਼ਾਰਾ ਕੀਤਾ ਗਿਆ ਹੈ ਕਿਉਂਕਿ ਅਗਰ ਉਹ ਚਾਹੁੰਦਾ ਤਾਂ ਉਹ ਆਪਣੇ ਕੋਲ ਕੰਮ ਕਰਨ ਵਾਲੇ ਉਸ ਬਾਗਾਂ ਦੇ ਰਾਖੇ ਨੂੰ ਛੁੱਟੀ ਦੇ ਸਕਦਾ ਸੀ, ਉਸਨੂੰ ਦਵਾਈ ਦਿਲਵਾ ਸਕਦਾ ਸੀ, ਉਸਨੂੰ ਘਰ ਆਰਾਮ ਕਰਨ ਲਈ ਕਹਿ ਸਕਦਾ ਸੀ। ਪਰ ਉਸਨੂੰ ਜਿਹੜਾ ਸੀ ਆਪਣੇ ਕੰਮ ਨਾਲ ਪਿਆਰ ਸੀ, ਇਨਸਾਨੀਅਤ ਉਸਦੇ ਅੰਦਰ ਨਹੀਂ ਸੀ। ਤੋ ਜੋ ਇਹ ਕਹਾਣੀ ਹੈ, ਇਹ ਕਹਾਣੀ ਦੇ ਅੰਦਰ ਜਿਹੜਾ ਹੈ ਇੱਕ ਗਰੀਬ ਪਰਿਵਾਰ ਦੇ ਇੱਕ ਮੁੰਡੇ ਦੀ ਜਿਹੜੀ ਕਿ 17 ਰੁਪਏ ਤਨਖਾਹ ਤੇ ਕੰਮ ਕਰਦਾ ਹੈ, ਉਸਦੇ ਘਰ ਦੇ ਜੋ ਹਾਲਾਤ ਨੇ ਉਸਨੂੰ ਦੇਖ ਕੇ ਉਹ ਬਿਮਾਰ ਹੁੰਦੇ ਹੋਏ ਵੀ ਆਪਣੀ ਨੌਕਰੀ ਤੇ ਆਉਂਦਾ ਹੈ। ਉਸਦੇ ਬਾਰੇ ਬਿਆਨ। ਹਾਂਜੀ, ਤੁਸੀਂ ਕਹਾਣੀ ਸੁਣੀ ਬਾਗਾਂ ਦਾ ਰਾਖਾ। ਇਸ ਵਿੱਚ ਕਿਹੜੇ ਪਾਤਰ ਆਏ ਨੇ ਇਹ ਤੁਸੀਂ ਧਿਆਨ ਨਾਲ ਸੁਣ ਕੇ ਇਸਨੂੰ ਲਿਖੋਗੇ। ਛੇਤੀ ਤੋਂ ਛੇਤੀ ਆਪਣੀ ਬੁੱਕਾਂ ਲੈ ਲਓ ਤਾਂ ਕਿ ਤੁਸੀਂ ਪੂਰਾ ਲੈਸਨ ਪੜ੍ਹ ਸਕੋ। ਮੈਂ ਵੀਡੀਓ ਰਾਹੀਂ ਤੁਹਾਨੂੰ ਪੂਰਾ ਲੈਸਨ ਤਾਂ ਪੜ੍ਹਾ ਨਹੀਂ ਸਕਦੀ, ਸਿਰਫ ਸਮਝਾ ਸਕਦੀ ਹਾਂ ਕਿ ਕੀ ਸੀ ਇਸ ਪਾਠ ਵਿੱਚ। ਇਸ ਪਾਠ ਵਿੱਚ ਸੀ ਲਾਲੂ ਸ਼ਾਹ ਜੋ ਅਮੀਰ ਵਿਅਕਤੀ ਸੀ ਤੇ ਬਾਰੂ ਗਰੀਬ ਸੀ। ਉਸਨੂੰ ਗਰੀਬੀ ਕਾਰਨ ਆਖਰ ਮੌਤ ਦੇ ਮੂੰਹ ਜਾਣਾ ਪੜਿਆ ਤੇ ਉਹ ਆਪਣੇ ਅਮੀਰੀ ਦੀ ਧੌਂਸ ਵਿੱਚ ਰਿਹਾ। ਕੌਣ? ਲਾਲੂ ਸ਼ਾਹ। ਉਹ ਲਾਲਚੀ ਕਿਸਮ ਦਾ ਵਿਅਕਤੀ ਸੀ, ਉਸਨੂੰ ਕਿਸੇ 'ਤੇ ਕੋਈ ਪਿਆਰ ਨਹੀਂ ਸੀ। ਤੁਸੀਂ ਦੋਨਾਂ ਬਾਰੇ ਪੜ੍ਹੋਗੇ ਤੇ ਇਸ ਨੂੰ ਆਪਣੀ ਨੋਟਬੁੱਕ 'ਤੇ ਦੋਨਾਂ ਦੀ ਪਾਤਰ ਉਸਾਰੀ ਕਰਨੀ ਹੈ, ਲਾਲੂ ਸ਼ਾਹ ਦੀ ਤੇ ਬਾਰੂ ਦੀ। ਠੀਕ ਹੈ ਜੀ, ਧੰਨਵਾਦ।